प्यारे बच्चों सत श्री अकाल। ਅਸੀਂ ਮਿਤੀ 10/11/2020 ਲਈ ਪੈਸ ਸੀਟ 62 ਬਣਾਉਣ ਜਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਪੈਸ ਸੀਟ ਸ਼ਾਇਦ ਸਾਡੀ ਆਖਰੀ ਪੈਸ ਸੀਟ ਹੋ ਸਕਦੀ ਹੈ, ਕਿਉਂਕਿ 11 ਨਵੰਬਰ ਨੂੰ ਸਾਡੇ ਪੈਸ ਦੇ ਪੇਪਰ ਹੋਣ ਜਾ ਰਹੇ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ 100% ਰਿਜ਼ਲਟ ਦਿਓਗੇ। ਤੇ ਨੰਬਰ 2 ਤੇ ਮੈਂ ਤੁਹਾਨੂੰ ਕਹਿਣ ਜਾ ਰਹੀ ਹਾਂ ਕਿ ਬੱਚੇ ਤੁਸੀਂ ਇਸ ਚੈਨਲ ਨੂੰ ਦੇਖਣਾ ਨਾ ਛੱਡਣਾ, ਕਿਉਂਕਿ ਮੈਂ ਤੁਹਾਡੀਆਂ ਸਾਰੀਆਂ ਵਰਕਸ਼ੀਟ ਇਸ ਤੋਂ ਬਾਅਦ ਇਸ 'ਤੇ ਅਪਲੋਡ ਕਰਾਂਗੀ, ਸਾਰੀਆਂ ਕਲਾਸਾਂ ਦੀਆਂ 3rd ਦੀਆਂ 5th ਦੀਆਂ। ਪਲੀਜ਼ ਤੁਸੀਂ ਜ਼ਰੂਰ ਇਸ ਨੂੰ ਵਰਕਸ਼ੀਟ ਨੂੰ ਦੇਖਦੇ ਰਹਿਣਾ, ਕਿਉਂਕਿ ਹਜੇ ਪਤਾ ਨਹੀਂ ਸਕੂਲ ਕਦੋਂ ਲੱਗਣਗੇ, ਤਾਂ ਕਿ ਤੁਹਾਡਾ ਸਿਲੇਬਸ ਪੂਰਾ ਹੋ ਸਕੇ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਕਹਿਣਾ ਜ਼ਰੂਰ ਮੰਨੋਗੇ। ਚਲੋ ਆਪਾਂ ਕਰਦੇ ਹਾਂ ਪੰਜਾਬੀ ਵਿਸ਼ਾ ਰੋਜ਼ ਦੀ ਤਰ੍ਹਾਂ। ਮਹਾਰਾਜਾ ਰਣਜੀਤ ਸਿੰਘ, ਹਾਂਜੀ ਬੱਚਿਓ, ਵਿਸ਼ਾ ਪੰਜਾਬੀ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 1780 ਈਸਵੀ ਨੂੰ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਅਤੇ ਸਰਦਾਰਨੀ ਰਾਜ ਕੌਰ ਦੀ ਕੁੱਖੋਂ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ। ਭਾਵ ਪਾਕਿਸਤਾਨ ਦਾ ਭਾਵ ਅੱਜ ਕੱਲ੍ਹ ਕੀ ਹੈ ਬੱਚੇ, ਜਿਹੜਾ ਗੁਜਰਾਂਵਾਲਾ ਇਹ ਕੀ ਹੈ ਜੀ, ਅੱਜ ਕੱਲ੍ਹ ਇਹ ਪਾਕਿਸਤਾਨ ਦੇ ਵਿੱਚ ਹੈ। ਉਹਨਾਂ ਦੇ ਪਿਤਾ ਜੀ ਆਪਣੇ ਇਲਾਕੇ ਉੱਤੇ ਰਾਜ ਕਰਦੇ ਸਨ। ਬਚਪਨ ਵਿੱਚ ਹੀ ਚੇਚਕ ਨਿਕਲ ਆਉਣ ਕਾਰਨ ਉਹਨਾਂ ਦੀ ਅੱਖ ਦੀ ਜੋਤ ਜਾਂਦੀ ਰਹੀ। ਬੱਚੋ ਚੇਚਕ ਕੀ ਹੈ? ਇੱਕ ਤਰ੍ਹਾਂ ਦੀ ਬਿਮਾਰੀ ਹੈ, ਮਾਤਾ, ਜਿਸ ਨੂੰ ਅੱਜ ਕੱਲ੍ਹ ਆਪਾਂ ਮਾਤਾ ਵੀ ਕਹਿ ਦਿੰਦੇ ਹਾਂ। ਅਤੇ ਛੋਟੀਆਂ ਫਿੰਸੀਆਂ ਕੀ ਨੇ, ਸਾਰੇ ਸਰੀਰ 'ਤੇ ਨਿਕਲਦੀਆਂ ਨੇ। ਪਹਿਲਾਂ ਇਹ ਬਹੁਤ ਖਤਰਨਾਕ ਬਿਮਾਰੀ ਹੁੰਦੀ ਸੀ, ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਸੀਗਾ। ਸ਼ੁਰੂ ਦੇ ਵਿੱਚ ਇਹ ਵੀ ਇੱਕ ਕਰੋਨਾ ਵਾਂਗ ਹੀ ਖਤਰਨਾਕ ਸੀ, ਪਰ ਸਾਡੇ ਸਾਇੰਸ ਨੇ, ਸਾਡੇ ਡਾਕਟਰਾਂ ਨੇ ਕੀ ਹੈ ਵੀ ਬਹੁਤ ਸਾਰੀਆਂ ਖੋਜਾਂ ਕੀਤੀਆਂ ਅਤੇ ਇਸ ਕੀ ਹੈ ਬਿਮਾਰੀ ਦਾ ਪੂਰੀ ਤਰ੍ਹਾਂ ਅੱਜ ਕੱਲ੍ਹ ਇਲਾਜ ਹੈ। ਅਤੇ ਇਸ ਨੂੰ ਟੀਕੇ ਲਗਾ ਕੇ, ਵੈਕਸੀਨ ਦਵਾ ਕੇ ਕੀ ਹੈ ਸਭ ਤੋਂ ਪਹਿਲਾਂ ਹੀ ਕੀ ਹੈ ਬਿਮਾਰੀ ਆਉਣ ਤੋਂ ਪਹਿਲਾਂ ਹੀ ਰੋਕਿਆ ਜਾਂਦਾ ਹੈ, ਅਤੇ ਬੱਚੇ ਦੇ ਬਚਪਨ ਦੇ ਵਿੱਚ ਹੀ ਟੀਕੇ ਲਗਾਏ ਜਾਂਦੇ ਹਨ। ਇਸ ਕਰਕੇ ਅੱਜ ਕੱਲ੍ਹ ਇਹ ਬਿਮਾਰੀ ਨਹੀਂ ਹੈ, ਬਹੁਤ ਘੱਟ ਹੈ, ਜੇਕਰ ਹੈ ਤਾਂ ਪਰ ਕੋਈ ਨੁਕਸਾਨਦਾਇਕ ਨਹੀਂ ਹੈ। ਉਹਨਾਂ ਦੀ ਮਾਤਾ ਜੀ ਨੇ ਉਸ ਦਾ ਨਾਂ ਬੁੱਧ ਸਿੰਘ ਰੱਖਿਆ। ਜਦੋਂ ਉਸਦੇ ਜਨਮ ਦੀ ਖਬਰ ਉਸਦੇ ਪਿਤਾ ਜੀ ਨੂੰ ਮਿਲੀ ਤਾਂ ਉਸ ਵੇਲੇ ਉਹ ਜੰਗ ਜਿੱਤ ਕੇ ਵਾਪਸ ਪਰਤੇ। ਇਸ ਲਈ ਇਸ ਖੁਸ਼ੀ ਵਿੱਚ ਉਹਨਾਂ ਨੇ ਉਸ ਦਾ ਨਾਂ ਰਣਜੀਤ ਸਿੰਘ ਰੱਖਿਆ ਸੀ। ਉਹ ਬਚਪਨ ਤੋਂ ਹੀ ਬੜੇ ਦਲੇਰ, ਚੁਸਤ ਅਤੇ ਹੁਸ਼ਿਆਰ ਸਨ। ਛੋਟੀ ਜਿਹੀ ਅਵਸਥਾ ਵਿੱਚ ਹੀ ਉਹਨਾਂ ਨੇ ਕਈ ਛੋਟੀਆਂ ਲੜਾਈਆਂ ਜਿੱਤ ਪ੍ਰਾਪਤ ਕਰਕੇ ਆਪਣੀ ਵੀਰਤਾ ਦੀ ਧਾਕ ਜਮਾ ਦਿੱਤੀ ਸੀ। ਹਾਂਜੀ ਬੱਚੋ, ਜਿਵੇਂ ਕਹਿੰਦੇ ਨੇ ਨਾ, ਜਿਹੜੇ ਲਾਲ ਨੇ ਉਹ ਗੁਦੜੀਆਂ ਦੇ ਵਿੱਚ ਹੀ ਚਮਕਦੇ ਨੇ, ਠੀਕ ਹੈ ਨਾ। ਇਸ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਕੀ ਹੈ ਬਚਪਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਕੀ ਹੈ, ਮਨੁੱਖ ਕੀ ਹੈ ਜ਼ਿੰਦਗੀ ਦੇ ਵਿੱਚ ਇੱਕ ਮਹਾਨ ਬਣਨਗੇ, ਕਿਉਂਕਿ ਉਹਨਾਂ ਨੇ ਮਹਾਨਤਾ ਆਪਣੀ ਸ਼ੁਰੂ ਦੇ ਵਿੱਚ ਹੀ ਦਿਖਾ ਦਿੱਤੀ ਸੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵੀ ਕੀ ਹੈ ਸਾਡੇ ਸ਼ੇਰੇ, ਜਿਹਨੂੰ ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਹੈ, ਬਹੁਤ ਹੀ ਦਲੇਰ ਬਹਾਦਰ ਕੀ ਹੈ ਰਾਜਾ ਸਨ। ਹਾਂਜੀ, ਆਪਾਂ ਇਹਨਾਂ ਪ੍ਰਸ਼ਨ ਉੱਤਰ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ ਬੱਚੋ? ਆਪਾਂ ਪੜ੍ਹ ਚੁੱਕੇ ਗੁਜਰਾਂਵਾਲਾ ਅੱਜ ਕੱਲ੍ਹ ਕਿੱਥੇ ਹੈ? ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਪਹਿਲਾਂ ਪੰਜਾਬ ਅਤੇ ਕੀ ਹੈ ਭਾਰਤ ਅਤੇ ਪਾਕਿਸਤਾਨ ਇੱਕੋ ਸਨ। ਆਜ਼ਾਦੀ ਦੀ ਲੜਾਈ ਤੋਂ ਬਾਕੀ ਆਜ਼ਾਦੀ ਤੋਂ ਬਾਅਦ ਕੀ ਹੈ ਵੀ ਇਹ ਅਲੱਗ ਹੋਏ ਨੇ। ਪਹਿਲਾਂ ਪਾਕਿਸਤਾਨ ਅਤੇ ਭਾਰਤ ਇੱਕ ਸਨ। ਪ੍ਰਸ਼ਨ 2, ਉਹਨਾਂ ਦੀ ਮਾਤਾ ਜੀ ਨੇ ਉਹਨਾਂ ਦਾ ਨਾਂ ਕੀ ਰੱਖਿਆ ਸੀ ਬੱਚੋ? ਉਹਨਾਂ ਦਾ ਨਾਂ ਰੱਖਿਆ ਸੀ ਬੁੱਧ ਸਿੰਘ। ਦੇਖੋ, ਉਹਨਾਂ ਦੀ ਮਾਤਾ ਜੀ ਦੇ ਨਾਮ ਉਸਦਾ ਬੁੱਧ ਸਿੰਘ ਰੱਖਿਆ। ਇਸ ਕਰਕੇ ਸੱਸਾ ਉੱਤਰ ਸਹੀ ਹੈ। ਜੰਗ ਸ਼ਬਦ ਦਾ ਅਰਥ ਦੱਸੋ। ਹਾਂਜੀ ਬੱਚੋ, ਜੰਗ ਕੀ ਹੁੰਦਾ? ਲੜਾਈ। ਸਾਨੂੰ ਪਤਾ ਹੈ ਜੰਗ ਦਾ ਭਾਵ ਕੀ ਹੈ? ਲੜਾਈ। ਪ੍ਰਸ਼ਨ 4, ਜਿਵੇਂ ਜਿੱਤ ਦਾ ਹਾਰ ਹੈ ਤਾਂ ਖੁਸ਼ੀ ਦਾ ਕੀ ਹੋਵੇਗਾ? ਜਿੱਤ ਦਾ ਉਲਟ ਕੀ ਹਾਰ? ਖੁਸ਼ੀ ਦਾ ਕੀ ਹੋਵੇਗਾ ਬੱਚੋ? ਖੁਸ਼ੀ ਦਾ ਹੋਵੇਗਾ ਗਮੀ, ਉਦਾਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਗਮੀ, ਦੁੱਖ, ਠੀਕ ਹੈ ਨਾ। ਕਿਹੜੀ ਬਿਮਾਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਦੀ ਜੋਤ ਜਾਂਦੀ ਰਹੀ? ਚੇਚਕ ਦੀ ਬਿਮਾਰੀ ਦੇ ਕਾਰਨ। ਅੱਗੇ ਦੇਖੋ, ਹਾਂਜੀ ਬੱਚੋ, ਚੇਚਕ ਦੇ ਨਾਲ ਕੀ ਫੇਸ 'ਤੇ ਦਾਗ ਵੀ ਪੈ ਸਨ। ਡੂੰਘੇ ਖੱਡਾਂ ਵਾਂਗ ਕੀ ਦਾਗ ਪੈ ਜਾਂਦੇ ਸਨ, ਜਾਂ ਇਹ ਕਿਸੇ ਨਾ ਕਿਸੇ ਅੰਗ 'ਤੇ ਵੀ, ਜਿਵੇਂ ਕਿ ਅੱਖਾਂ 'ਤੇ ਵੀ ਅਸਰ ਕਰ ਜਾਂਦੀ ਸੀ। ਅੱਗੇ ਚੱਲਦੇ ਹਾਂ ਵਿਸ਼ਾ ਗਣਿਤ। ਅੰਕ 4, 5 ਅਤੇ 3 ਤੋਂ ਬਣਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਕੀ ਹੋਵੇਗਾ? ਹਾਂਜੀ ਬੱਚਿਓ, ਸਾਨੂੰ ਪਤਾ ਜਦੋਂ ਅਸੀਂ ਵੱਡੀ ਸੰਖਿਆ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਵੱਡਾ ਅੰਕ ਲੈਣਾ, ਉਸ ਤੋਂ ਬਾਅਦ ਫਿਰ ਛੋਟਾ,
ਭਾਵ ਉਸ ਤੋਂ ਛੋਟਾ, ਅੱਗੇ ਫਿਰ ਉਸ ਤੋਂ ਛੋਟਾ। ਤਾਂ ਜੇਕਰ ਅਸੀਂ ਵੱਡੀ ਸੰਖਿਆ ਬਣਾਵਾਂਗੇ ਤਾਂ ਅਗਲਾ 5 ਨੂੰ ਅੱਗੇ ਲਗਾਵਾਂਗੇ, ਫਿਰ ਉਸ ਦੇ ਵਿੱਚ 4 ਦਹਾਈ ਦੇ ਸਥਾਨ 'ਤੇ, ਇਕਾਈ ਦੇ ਸਥਾਨ 'ਤੇ 3, ਤਾਂ ਸਾਡੀ ਬਣ ਗਈ ਬੱਚਿਓ 543। ਠੀਕ ਹੈ ਨਾ, ਕਿੰਨੀ ਬਣੇਗੀ 543। ਜੇਕਰ ਅਸੀਂ ਛੋਟੀ ਬਣਾਵਾਂਗੇ ਤਾਂ ਛੋਟਾ ਅੰਕ ਕੀ, ਅਸੀਂ ਸਭ ਤੋਂ ਜਿਹੜਾ ਘੱਟ ਅੰਕ ਹੈ ਜਿਹਦੀ ਭਾਵ ਕੀ ਹੈ, ਵੈਲਿਊ ਘੱਟ ਹੈ, ਉਹ ਕੀ ਹੈ 3 ਹੈ ਇਹਦੇ ਵਿੱਚ। ਠੀਕ ਹੈ ਨਾ, ਤਾਂ 3 ਨੂੰ ਆਪਾਂ ਅੱਗੇ ਲਗਾਵਾਂਗੇ, ਉਸ ਤੋਂ ਬਾਅਦ ਅਸੀਂ 4 ਲਗਾਵਾਂਗੇ, ਉਸ ਤੋਂ ਬਾਅਦ ਅਸੀਂ 5 ਲਗਾਵਾਂਗੇ, ਕਿਉਂਕਿ ਜੇ ਅਸੀਂ 3 ਤੋਂ ਬਾਅਦ 5 ਲਾਤਾ 54 ਬਣ ਜਾਏਗਾ, ਪਰ ਅਸੀਂ ਛੋਟੀ ਬਣਾਉਣੀ ਹੈ ਤਾਂ ਸਾਡੀ ਕੀ ਹੋ ਗਈ 345। ਜਦੋਂ ਅਸੀਂ 543 ਦੇ ਵਿੱਚੋਂ 345 ਨੂੰ ਘਟਾਵਾਂਗੇ ਤਾਂ ਬੱਚਿਓ ਘਟਾ ਕੇ ਤੁਸੀਂ ਖੁਦ ਦੇਖਿਓ 198 ਆ ਜਾਏਗਾ, ਜਿਹੜਾ ਕੀ ਹੈ ਵੀ 200 ਤੋਂ ਘੱਟ ਹੈ। ਤਾਂ ਅੰਤਰ ਦਾ ਭਾਵ ਹੁੰਦਾ ਘਟਾਓ ਕਰਨਾ। ਵੱਡੀ ਤੋਂ ਵੱਡੀ ਸੰਖਿਆ ਕੀ ਹੋ ਜਾਏਗੀ, ਆਪਾਂ ਨੂੰ ਪਤਾ ਹੈ ਕੀ ਆ ਜਾਏਗੀ ਬੱਚਿਓ 500, ਕੀ ਆ ਜਾਏਗੀ 543 ਘਟਾਓ 345। ਇਸ ਕਰਕੇ ਸਾਡਾ ਕੀ ਹੈ ਉੱਤਰ ਕੀ ਹੈ ਵੀ ਉਹ ਕੀ ਆ ਜਾਏਗਾ ਬੱਚਿਓ, ਊੜਾ ਉੱਤਰ ਆ ਜਾਏਗਾ। ਕਿਵੇਂ ਕੱਢੋਗੇ ਤੁਸੀਂ, ਆਪਾਂ ਕਰਾਂਗੇ 500, ਹਾਂਜੀ ਕਿੰਨਾ ਕੁ ਲਿਖਾਂਗੇ ਆਪਾਂ 500, ਹਾਂਜੀ 43 ਘਟਾਓ 345। ਨੈਕਸਟ ਦੇਖੋ, ਹੇਠਾਂ ਦਿੱਤੇ ਨੋਟਾਂ ਦੇ ਸਮੂਹਾਂ ਵਿੱਚ ਕਿਸ ਸਮੂਹ ਦੇ ਨੋਟਾਂ ਦਾ ਮੁੱਲ 578 ਰੁਪਏ ਹੈ। ਹਾਂਜੀ ਬੱਚੇ ਦੇਖੋ 500, 520, 525 ਅਤੇ 528 ਬਣ ਗਿਆ। ਆਪਾਂ ਨੂੰ ਚਾਹੀਦਾ 578, 70 ਅਤੇ 8, 500, 550, 570, 580 ਅਤੇ ਇੱਥੇ ਵੱਧ ਗਏ ਬੱਚਿਓ ਹੈ ਨਾ। ਅੱਗੇ 500, 550, 570, 575, 76, 77 ਅਤੇ 78। ਤਾਂ ਈਡੀ ਉੱਤਰ ਸਾਡਾ ਬਿਲਕੁਲ ਸਹੀ ਹੈ। ਕਿੰਨਾ ਆ ਗਿਆ ਜੀ 578, ਸਾਡਾ ਉੱਤਰ ਸਹੀ ਹੈ। ਅੱਗੇ ਦੇਖੋ ਜੀ, ਇੱਕ ਆਇਤਕਾਰ ਖੇਤ ਦੇ ਬਰਾਬਰ 6 ਹਿੱਸਿਆਂ ਵਿੱਚ ਚਿੱਤਰ ਵਿੱਚ ਦਿਖਾਏ ਅਨੁਸਾਰ ਗਾਜਰਾਂ ਅਤੇ ਮਟਰ ਬੀਜੇ ਗਏ ਹਨ। ਦੱਸੋ ਕਿ ਖੇਤ ਦੇ ਕਿੰਨਵੇਂ ਹਿੱਸੇ ਵਿੱਚ ਮਟਰ ਬੀਜੇ ਗਏ ਹਨ। ਹਾਂਜੀ ਮਟਰ, ਠੀਕ ਹੈ, ਮਟਰ, ਗਾਜਰਾਂ। ਕਿੰਨੇ ਹਿੱਸੇ ਨੇ, 1 2 3 4, ਟੋਟਲ ਹਿੱਸੇ ਕਿੰਨੇ ਨੇ ਬੱਚੋ 4। ਅੱਧੇ ਦੇ ਵਿੱਚ ਗਾਜਰਾਂ ਬੀਜ ਲਈਆਂ ਅਤੇ ਅੱਧੇ ਦੇ ਵਿੱਚ ਕੀ ਬੀਜ ਲਏ, ਮਟਰ ਬੀਜ ਲਏ। ਇਸ ਕਰਕੇ ਅੱਧੇ ਦੇ ਵਿੱਚ ਕੀ ਬੀਜ ਲਏ ਵੀ, ਕਿਉਂਕਿ 2 ਹਿੱਸਿਆਂ 'ਚ ਮਟਰ ਬੀਜੇ ਨੇ, 2 ਹਿੱਸਿਆਂ 'ਚ ਗਾਜਰਾਂ ਬੀਜੀਆਂ ਨੇ, ਇਸ ਕਰਕੇ ਕੀ ਹੈ ਅੱਧਿਆਂ 'ਚ ਮਟਰ ਬੀਜ ਲਏ, ਅੱਧਿਆਂ 'ਚ ਗਾਜਰਾਂ। ਤਾਂ ਅੱਧੇ ਹਿੱਸੇ ਦੇ ਵਿੱਚ ਅਸੀਂ ਗਾਜਰਾਂ ਅਤੇ ਮਟਰ ਬੀਜ ਲਏ। ਐੜਾ ਉੱਤਰ ਬਿਲਕੁਲ ਸਹੀ ਹੈ। ਅੱਗੇ ਦੇਖੋ ਜੀ, ਕਿਹੜੇ ਅੰਗਰੇਜ਼ੀ ਦੇ ਅੱਖਰ ਵਿੱਚ 2 ਸਮਿਤੀ ਰੇਖਾਵਾਂ ਬਣਾਈਆਂ ਜਾ ਸਕਦੀਆਂ ਹਨ। ਹਾਂਜੀ 2 ਸਮਿਤੀ ਬੱਚੋ ਦੇਖੋ 1 2 ਹੈ ਨਾ, ਇਸ ਕਰਕੇ 2 ਸਮਿਤੀ ਰੇਖਾਵਾਂ ਇੱਥੇ ਬਣਾਈਆਂ ਜਾ ਸਕਦੀਆਂ ਨੇ। ਈਡੀ ਅੱਗੇ, ਹੇਠ ਦਿੱਤੀਆਂ ਕ੍ਰਿਤੀਆਂ ਵਿੱਚੋਂ ਕਿਸ ਕ੍ਰਿਤੀ ਦੇ 6 ਤਲ ਅਤੇ 6 ਸਿਖਰ ਹਨ। ਦੇਖੋ ਬੱਚੋ, ਜੇ ਆਪਾਂ ਇਹਦੇ 6 ਤਲ ਤਾਂ ਠੀਕ ਨੇ, ਇੱਕ ਇਹ ਹੋ ਗਿਆ 1 2, ਪਿਛਲਾ ਤਲ 3 4, ਇੱਕ ਨੀਚੇ ਵਾਲਾ 5 ਅਤੇ ਇੱਕ 6, ਇਹਦੇ ਵੀ 6 ਤਲ ਹੋ ਗਏ। ਪਰ ਸਿਖਰ ਦੇਖੀਏ ਤਾਂ 4 ਇਹ ਆ ਗਏ, ਦੇਖ ਇਸ ਕਰਕੇ ਇਹਦੇ ਸਿਖਰ ਕੀ ਹੈ ਬੱਚੋ 6 ਨਹੀਂ ਹੈਗੇ। ਅਤੇ ਇੱਥੇ ਕਿੰਨੇ ਇਹਦੇ ਤਲ 1 2 3 4 5, ਇਹਦੇ ਤਲ 5 ਨੇ, ਇਸ ਕਰਕੇ ਇਹ ਵੀ ਸਾਨੂੰ ਨਹੀਂ ਹੈਗਾ। ਇਹਦੇ ਤਲ ਕਿੰਨੇ ਨੇ ਬੱਚੋ, ਇੱਕ ਇਹ ਵਾਲਾ ਪਾਸਾ ਹੋ ਗਿਆ ਤੁਹਾਡਾ 2, ਇੱਕ ਬੈਕ ਹੋ ਗਈ 3, ਇੱਕ 4 ਅਤੇ ਇੱਕ 5, ਇਹਦੇ ਵੀ ਕੀ ਹੈ ਬੱਚੋ 5 ਤਲ ਨੇ, 6 ਤਲ ਨਹੀਂ ਹੈਗੇ। ਪਰ ਇੱਥੇ ਅਸੀਂ ਕੀ ਦੇਖਦੇ ਹਾਂ, ਹਾਂਜੀ ਇਹਦੇ ਕਿੰਨੇ ਤਲ ਤੇ 1 2 3 4 5 6, ਪਰ ਇੱਥੇ ਦੇਖੋ ਇੱਥੇ ਤਲ 1 ਤਲ 2 ਤਲ 3 ਤਲ 4 ਤਲ 5 ਤਲ 6 ਤਲ, ਅਤੇ ਸਿਖਰ ਕਿੰਨੇ ਨੇ, ਇੱਕ ਜਿੱਥੇ ਬੱਚੇ 2 ਰੇਖਾਵਾਂ ਆ ਕੇ ਮਿਲਦੀਆਂ ਨੇ ਕਿਨਾਰੇ ਸਿਖਰ, 1 ਸਿਖਰ 2 ਸਿਖਰ 3 ਸਿਖਰ 4 ਸਿਖਰ 5 ਸਿਖਰ ਅਤੇ 6 ਸਿਖਰ, ਇਸ ਕਰਕੇ ਸੱਸਾ ਉੱਤਰ ਸਹੀ ਉੱਤਰ ਹੈ। ਅੱਗੇ ਇੰਗਲਿਸ਼ ਪੜ੍ਹਦੇ ਹਾਂ। ਸਬਜੈਕਟ ਇੰਗਲਿਸ਼। ਏ ਫਾਰਮਰ ਲਿਵਡ ਇਨ ਏ ਵਿਲੇਜ। ਇੱਕ ਕਿਸਾਨ ਇੱਕ ਪਿੰਡ ਵਿੱਚ ਰਹਿੰਦਾ ਸੀ। ਹੀ ਹੈਡ ਨਾਟ ਈਟਨ ਫੂਡ ਸਿੰਸ ਡੇਜ਼। ਉਸਨੇ ਕਈ ਦਿਨਾਂ ਤੋਂ ਭੋਜਨ ਨਹੀਂ ਸੀ ਖਾਧਾ। ਸਿੰਸ ਦੇਅਰ ਵਾਜ਼ ਨੋ ਰੇਨਫਾਲ। ਕੀ ਹੈ, ਕਿਉਂਕਿ ਕਾਫੀ ਦਿਨਾਂ ਤੱਕ ਮੀਂਹ ਨਹੀਂ ਪਿਆ। ਦ ਕ੍ਰੌਪਸ ਡਿਡ ਨਾਟ ਗਰੋ। ਫਸਲਾਂ ਨਹੀਂ ਉੱਗੀਆਂ। ਹੀ ਈਟ ਅ ਬਿਗ ਬੀਨ। ਹੀ
ਹੀ ਸਰਵਾਈਵਡ ਔਨ ਬ੍ਰੈਡ ਐਂਡ ਵਾਟਰ। ਉਹ ਸਿਰਫ ਕੀ ਹੈ ਵੀ ਬ੍ਰੈਡ ਅਤੇ ਪਾਣੀ 'ਤੇ ਹੀ ਗੁਜ਼ਾਰਾ ਕਰਦਾ ਸੀ। ਭਾਵ ਉਸਨੇ ਆਪਣਾ ਜਿਹੜਾ ਖਾਣਾ ਪੀਣਾ ਸਿਰਫ ਕਿੱਥੇ ਤੱਕ ਰੱਖਿਆ ਸੀ, ਬ੍ਰੈਡ ਅਤੇ ਵਾਟਰ, ਅਤੇ ਉਸ ਕੋਲ ਬਾਕੀ ਰਾਜਣ ਲਈ ਭੋਜਨ ਕੀ ਹੈ ਨਹੀਂ ਸੀ ਲੱਗੇ ਖਾਣ ਲਈ। ਵਨ ਡੇ ਇੱਕ ਦਿਨ ਹੀ ਵਾਜ਼ ਗੋਇੰਗ ਟੂ ਫੈਚ ਵਾਟਰ। ਫੈਚ ਹੁੰਦਾ ਬੱਚੇ ਪਾਣੀ ਭਰ ਲੈਣ ਵਾਸਤੇ ਜਾਣਾ, ਵਾਟਰ ਫਰੋਮ ਦਾ ਵੈਲ, ਵੈਲ ਹੁੰਦਾ ਖੂਹ। ਵਨ ਡੇ ਇੱਕ ਦਿਨ ਹੀ ਵਾਜ਼ ਗੋਇੰਗ ਉਹ ਜਾ ਰਿਹਾ ਸੀ, ਟੂ ਫੈਚ ਵਾਟਰ ਪਾਣੀ ਭਰ ਕੇ ਲੈ ਕੇ ਆਉਣ ਵਾਸਤੇ, ਫਰੋਮ ਦਾ ਵੈਲ ਖੂਹ ਤੋਂ। ਇੱਕ ਦਿਨ ਉਹ ਖੂਹ ਤੋਂ ਪਾਣੀ ਭਰ ਕੇ ਲੈ ਆਉਣ ਲਈ ਕੀ ਜਾ ਰਿਹਾ ਸੀ। ਸਡਨਲੀ ਅਚਾਨਕ, ਸਡਨਲੀ ਹੁੰਦਾ ਅਚਾਨਕ, ਹੀ ਫੈਲ ਔਨ ਦਾ ਗਰਾਊਂਡ ਈਵਨ ਬਿਫੋਰ ਹੀ ਕੁਡ ਡਰਾ ਵਾਟਰ ਫਰੋਮ ਦਾ ਵੈਲ। ਸਡਨਲੀ ਅਚਾਨਕ ਹੀ ਫੈਲ ਔਨ ਦਾ ਗਰਾਊਂਡ, ਉਹ ਕੀ ਹੈ ਧਰਤੀ ਉੱਤੇ ਗਿਰ ਗਿਆ, ਈਵਨ ਬਿਫੋਰ ਹੀ ਕੁਡ ਡਰਾ ਵਾਟਰ ਫਰੋਮ ਦਾ ਵੈਲ। ਡਰਾ ਹੁੰਦਾ ਖਿੱਚਣਾ, ਭਾਵ ਕਿ ਵੀ ਉਹ ਖੂਹ ਤੋਂ ਪਾਣੀ ਭਰਨ ਤੋਂ ਪਹਿਲਾਂ ਹੀ ਕੀ ਹੈ ਉਹ ਧਰਤੀ ਉੱਤੇ ਡਿੱਗ ਗਿਆ। ਏ ਗਰਲ ਸਟੈਂਡਿੰਗ ਨੀਅਰ ਬਾਏ। ਇਹ ਗਰਲ ਹੁੰਦੀ ਇੱਕ ਲੜਕੀ, ਸਟੈਂਡਿੰਗ ਖੜੀ ਸੀ, ਨੀਅਰ ਬਾਏ ਨੇੜੇ ਹੀ, ਨੇੜੇ ਹੀ ਇੱਕ ਨਜ਼ਦੀਕ ਇੱਕ ਲੜਕੀ ਖੜੀ ਸੀ। ਕਿਊਕਲੀ ਸਪੋਰਟਡ ਹਿਮ, ਉਸਨੇ ਕੀ ਹੈ ਵੀ ਜਲਦੀ ਦੇਣੇ, ਕਿਉਂਕਿ ਉਹਨੇ ਜਲਦੀ ਦੇਣੇ, ਸਪੋਰਟਡ ਹਿਮ ਉਸਨੂੰ ਸਹਾਰਾ ਦਿੱਤਾ, ਸਪੋਰਟ ਕਰਨਾ ਸਹਾਰਾ ਦਿੱਤਾ। ਸ਼ੀ ਗੇਵ ਹਿਮ ਵਾਟਰ, ਉਸਨੇ ਉਸਨੂੰ ਪਾਣੀ ਦਿੱਤਾ, ਭਾਵ ਪਾਣੀ ਪਿਲਾਇਆ ਕਹਿ ਸਕਦੇ ਆਪਾਂ। ਸ਼ੀ ਕਾਲਡ ਫਾਰ ਹੈਲਪ ਐਂਡ ਟੁੱਕ ਦਾ ਫਾਰਮ ਟੂ ਹਰ ਪਲੇਸ। ਕੀ ਹੈ ਉਸਨੇ ਕੀ ਹੈ ਉਸ ਬਜ਼ੁਰਗ ਦੀ ਮਦਦ ਕਰਨ ਵਾਸਤੇ ਕੀ ਹੈ ਵੀ ਹੈਲਪ ਮੰਗੀ, ਲੋਕਾਂ ਤੋਂ ਕੀ ਹੈ ਵੀ ਆਪਾਂ ਕਹਿ ਸਕਦੇ ਹਾਂ ਕਿਸੇ ਤੋਂ ਸਹਾਰਾ ਮੰਗਿਆ। ਐਂਡ ਟੂ ਫਾਰਮ ਟੂ ਹਰ ਪਲੇਸ, ਅਤੇ ਉਸ ਕਿਸਾਨ ਨੂੰ ਕੀ ਆਪਣੀ ਜਗ੍ਹਾ 'ਤੇ ਲੈ ਗਈ, ਭਾਵ ਆਪਣੇ ਘਰ ਕਹਿ ਸਕਦੇ ਹਾਂ। ਸੀ ਟ੍ਰੀਟਡ ਹਿਮ ਵੈਲ, ਉਸ ਨਾਲ ਕੀ ਉਸਨੇ ਬਹੁਤ ਵੈਲ ਐਂਡ ਗੇਵ ਫੂਡ ਟੂ ਈਟ, ਉਸਨੇ ਉਸਦਾ ਇਲਾਜ ਕੀਤਾ, ਭਾਵ ਉਸ ਨਾਲ ਕਿ ਉਸਦਾ ਬਹੁਤ ਵਧੀਆ ਬਿਹੇਵ ਕੀਤਾ ਜਾਂ ਉਸਦਾ ਬਹੁਤ ਵਧੀਆ ਇਲਾਜ ਕੀਤਾ ਅਤੇ ਉਸਨੂੰ ਖਾਣ ਦੇ ਲਈ ਕੀ ਹੈ ਭੋਜਨ ਦਿੱਤਾ। ਹਾਂਜੀ, ਫਸਟ ਕੁਐਸਚਨ ਹੈਗਾ ਵੇਅਰ ਡਿਡ ਦਾ ਫਾਰਮਰ ਲਿਵ, ਕਿੱਥੇ ਰਹਿੰਦਾ ਸੀ ਬੱਚੋ, ਇਨ ਏ ਵਿਲੇਜ, ਉਹ ਇੱਕ ਵਿਲੇਜ ਵਿੱਚ ਰਹਿੰਦਾ ਸੀ, ਪਿੰਡ ਵਿੱਚ। ਹੂ ਸਪੋਰਟਡ ਹਿਮ, ਉਸਨੂੰ ਸਹਾਰਾ ਕਿਸਨੇ ਦਿੱਤਾ, ਕਿਹਨੇ ਦਿੱਤਾ ਬੱਚੋ, ਇਹ ਗਰਲ ਨੇ, ਇੱਕ ਲੜਕੀ ਨੇ। ਥਰਡ ਕੁਐਸਚਨ ਚੂਜ਼ ਦਾ ਕਰੈਕਟ ਸਟੇਟਮੈਂਟ। ਸ਼ੀ ਗੇਵ ਸੀ ਹਿਮ ਗੇਵ ਵਾਟਰ। ਬੱਚੋ ਦੇਖੋ ਕੀ ਨੇ ਵਰਡ ਸਾਰੇ ਨੇ, ਪਰ ਕੀ ਇਹਨਾਂ ਨੂੰ ਕੀ ਰੀਅਰੇਂਜ ਕੀ ਸਹੀ ਢੰਗ ਨਾਲ ਅਰੇਂਜ ਨਹੀਂ ਕੀਤਾ ਹੋਇਆ, ਅਲੱਗ ਅਲੱਗ ਗਲਤ ਲੱਗੇ ਹੋਏ ਨੇ, ਇਹਦਾ ਕੋਈ ਮੀਨਿੰਗ ਨਹੀਂ ਬਣ ਰਿਹਾ। ਪਹਿਲਾਂ ਸਬਜੈਕਟ ਹੋਣਾ ਚਾਹੀਦਾ, ਫਿਰ ਵਰਬ, ਫਿਰ ਕੀ ਆਬਜੈਕਟ, ਪਰ ਇੱਥੇ ਕੁਛ ਨਹੀਂ ਹੈਗਾ। ਹਿਮ ਸ਼ੀ ਵਾਟਰ ਇਹ ਵੀ ਗਲਤ ਹੈ ਬੱਚੋ, ਗੇਵ ਹਿਮ ਵੀ ਗਲਤ ਹੈ, ਡੀ ਠੀਕ ਹੈ। ਸ਼ੀ ਗੇਵ ਹਿਮ ਵਾਟਰ, ਉਸਨੇ ਉਸਨੂੰ ਪਾਣੀ ਦਿੱਤਾ, ਲੜਕੀ ਨੇ, ਹੈ ਨਾ, ਤਾਂ ਡੀ ਆਂਸਰ ਸਹੀ ਹੈ। ਚੌਥਾ ਕੁਐਸਚਨ ਚੂਜ਼ ਦਾ ਕਰੈਕਸ਼ਨ ਐਨ ਡੈਸ਼ ਫਾਰਮਰ ਲਿਵ ਇਨ ਏ ਵਿਲੇਜ। ਬੱਚੇ ਇੱਥੇ ਐਨ ਲੱਗਿਆ ਹੋਇਆ, ਭਾਵ ਕੀ ਕਹਿ ਸਕਦੇ ਆਪਾਂ ਇੱਥੇ ਕੀ ਹੈ ਵੀ ਵਾਵਲ ਅਕਸ਼ਰ ਵਰਤਿਆ ਜਾਏਗਾ, ਕਿਹੜਾ ਕਿ ਇੱਥੇ ਇਹ ਆਏਗਾ ਓਲਡ, ਐਨ ਓਲਡ ਫਾਰਮ ਲਿਵਡ ਇਨ ਏ ਵਿਲੇਜ, ਇੱਥੇ ਓਲਡ ਆਏਗਾ, ਐਨ ਓਲਡ ਫਾਰਮਰ ਲਿਵਡ ਇਨ ਏ ਵਿਲੇਜ, ਠੀਕ ਹੈ, ਅਤੇ ਇੱਥੇ ਸੀ ਆਪਸ਼ਨ ਸਹੀ ਹੈ। ਪੰਜਵਾਂ ਕੁਐਸਚਨ ਚੂਜ਼ ਦਾ ਕਰੈਕਟ ਆਪਸ਼ਨ। ਹੀ ਫੈਲ ਡੈਸ਼ ਦਾ ਗਰਾਊਂਡ, ਹੀ ਫੈਲ ਔਨ ਦਾ ਗਰਾਊਂਡ, ਇੱਥੇ ਔਨ ਆਏਗਾ, ਡੀ ਏ ਆਪਸ਼ਨ ਸਹੀ ਹੈ, ਇੱਥੇ ਸੀ ਹੈ ਅਤੇ ਇੱਥੇ ਡੀ ਹੈ। ਅੱਗੇ ਚੱਲਦੇ ਆਪਾਂ ਹਿੰਦੀ ਦੇ ਵੱਲ। विषय हिंदी। राजन बहुत ही प्रतिभावान लड़का था, वह सभी विषयों में अच्छा था परंतु गणित में कमज़ोर था। मास का नतीजा आने पर उसका आएगा बच्चे मन बहुत उदास हुआ क्योंकि गणित में उसका स्थान कक्षा में बहुत पीछे था। वह घर आकर रोने लगा तो माँ ने उसे समझाया कि हम निरंतर अभ्यास करके गणित विषय में अच्छा नतीजा ला सकते हैं। अगले दिन वह प्रातः उठा और निश्चय किया कि वह रोज़ गणित के सवाल ज़रूर हल करेगा। वह प्रतिदिन 2 घंटे गणित के सवाल हल करता। उसे सवाल हल करके देख माँ भी सवाल हल करने लग जाती। इस कारण उसके सवाल हल करने की गति तेज़ होगी। उसने जो तोड़ मेहनत की, अब वह सभी सवाल हल कर लेता था। जब वार्षिक परीक्षा परिणाम घोषित हुआ तो उसने सर्वोच्च स्थान प्राप्त किया। वह उसके जीवन की सबसे बड़ी उपलब्धि थी। हाँ जी बच्चों, कदे भी कोई नलायक नहीं होंदा, जेकर मेहनत करदा तां हर बंदे नूं फल मिलदा है ते हर बंदा इंटैलीजेंट हो सकदा है। इस करके तुसीं भी इस लड़के वांग पूरी मेहनत करनी है। प्रश्न पहला, गद्यांश में हमें क्या सीख मिलती है? मेहनत करने की। तीसरा उत्तर बिल्कुल सही है, मेहनत करने की सीख मिलती है। प्रश्न जैसे अच्छे का विपरीत शब्द बुरा है
तो तेज का विपरीत क्या है? विपरीत मतलब अपोजिट, उल्ट। तेज का बच्चों धीरे। दूसरा पार्ट बिल्कुल सही है, दूसरा भाग धीरे। तेज का होएगा धीरे। तीसरा प्रश्न, माँ को सवाल हल करते हुए देखकर उसे क्या मिलती बच्चों? उसे प्रेरणा मिली कि मैं भी माँ की तरह क्या करूँ बच्चों? मेहनत करूँ। ठीक है। प्रश्न चौथा, आना का अर्थ आ जाना है। तो आना का एक और अर्थ क्या है? आना का अर्थ है बच्चों मुद्रा, करेंसी की एक इकाई। हाँ बच्चों, पहले समय ना, आज से काफ़ी समय पहले, हाँ जी, आना 2 आने 3 आने होते थे। जैसे कि 25 पैसे को 4 आने बोलते थे और 50 पैसे को 8 आने बोलते थे। ये एक करेंसी है। ठीक है। पैसे की एक मुद्रा है, कि कैसे करेंसी है, मुद्रा है। ਅੱਗੇ ਵਿਸ਼ਾ ਵਾਤਾਵਰਨ ਦੇਖੋ। ਪਹਿਲਾ, ਅਧਿਆਪਕ ਤੋਂ ਝਿੜਕਾਂ ਪੈ ਜਾਣ ਤਾਂ ਤੁਸੀਂ ਕੀ ਕਰੋਗੇ ਬੱਚੋ? ਸਾਨੂੰ ਪਤਾ ਹੈ ਮਾਤਾ ਪਿਤਾ ਕੋਲ ਸ਼ਿਕਾਇਤ ਕਰਾਂਗੇ, ਤੁਹਾਡੀ ਮਰਜ਼ੀ, ਗਲਤੀ ਸੁਧਾਰਨ ਲਈ ਯਤਨ ਕਰਾਂਗੇ। ਦੂਸਰਾ ਉੱਤਰ ਬਿਲਕੁਲ ਸਹੀ ਹੈ ਬੱਚੋ, ਗਲਤੀ ਸੁਧਾਰਨ ਲਈ ਯਤਨ ਕਰਾਂਗੇ। ਕਿਉਂਕਿ ਜੇਕਰ ਕੋਈ ਅਧਿਆਪਕ ਤੁਹਾਨੂੰ ਝਿੜਕਦਾ ਹੈ ਤਾਂ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਉਹ ਤੁਹਾਡੇ ਦੁਸ਼ਮਣ ਨੇ, ਉਹ ਤੁਹਾਨੂੰ ਬਹੁਤ ਪਿਆਰ ਕਰਦੇ ਨੇ। ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਬੱਚੇ ਬਹੁਤ ਅੱਛੇ ਬਣ, ਇਸ ਕਰਕੇ ਕਿ ਇਹ ਵੀ ਆਪਣੀ ਗਲਤੀ ਸੁਧਾਰੋ ਤਾਂ ਕਿ ਅੱਗੇ ਤੋਂ ਅਧਿਆਪਕ ਤੁਹਾਨੂੰ ਝਿੜਕਾਂ ਨਾ ਪੈਣ। ਦੂਸਰਾ ਪ੍ਰਸ਼ਨ, ਘਰ ਦਾ ਗੁਜ਼ਾਰਾ ਚਲਾਉਣ ਲਈ ਬਹੁਤ ਸਾਰੇ ਬੱਚੇ ਕੀ ਕਰ ਜਾਂਦੇ ਨੇ? ਸਕੂਲ ਛੱਡ ਦਿੰਦੇ ਹਨ। ਹਾਂਜੀ, ਕਈ ਵਾਰ ਕਿਸੇ ਦੇ ਘਰ ਗਰੀਬੀ ਹੁੰਦੀ ਹੈ ਤਾਂ ਉਹਦੇ ਮਾਤਾ ਪਿਤਾ ਉਸਨੂੰ ਕੰਮ 'ਚ ਲਗਾ ਲੈਂਦੇ ਹਨ, ਤਾਂ ਉਹ ਕੀ ਕਰਦੇ ਨੇ? ਸਕੂਲ ਛੱਡ ਦਿੰਦੇ ਹਨ। ਅਗਲਾ ਪ੍ਰਸ਼ਨ, ਤੀਸਰਾ, ਆਦਿਵਾਸੀ ਲੋਕ ਭੋਜਨ ਵਜੋਂ ਕੀ ਕਰਦੇ ਨੇ ਬੱਚੋ? ਰੁੱਖਾਂ ਦੇ ਫਲਾਂ ਦੇ ਪੱਤੇ ਖਾਂਦੇ ਹਨ, ਕਿਉਂਕਿ ਉਹ ਜੰਗਲਾਂ ਵਿੱਚ ਰਹਿੰਦੇ ਹਨ। ਜੰਗਲਾਂ ਦੇ ਵਿੱਚ ਉਹਨਾਂ ਨੂੰ ਸਾਡੇ ਵਾਂਗ ਇੱਥੇ ਬ੍ਰੈਡ ਡੋਸੇ ਵਗੈਰਾ ਨਹੀਂ ਮਿਲਦੇ। ਉਹ ਸਾਰਾ ਕੀ ਆਪਣਾ ਗੁਜ਼ਾਰਾ ਰੁੱਖਾਂ ਤੇ ਫਲਾਂ ਤੋਂ ਕਰਦੇ ਹਨ। ਪ੍ਰਸ਼ਨ ਚੌਥਾ, ਜਿਹੜੇ ਕਿੱਤੇ ਆਪਣੇ ਬਜ਼ੁਰਗਾਂ ਤੋਂ ਸਿੱਖੇ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਨੇ ਬੱਚੇ? ਉਹਨਾਂ ਨੂੰ ਕਹਿੰਦੇ ਨੇ ਪਿਤਾ ਪੁਰਖੀ ਕਿੱਤੇ। ਜਿਵੇਂ ਕੋਈ ਲੁਹਾਰ ਹੈ, ਤਰਖਾਣ ਹੈ, ਕੰਮ ਹੈ, ਉਹ ਸਾਰੇ ਕੀ ਹੈ? ਕੋਈ ਜੁੱਤੀਆਂ ਬਣਾਉਣਾ, ਉਹ ਕਿੱਤੇ ਸਿੱਖਦੇ ਹਨ ਆਪਣੇ ਬਜ਼ੁਰਗਾਂ ਤੋਂ, ਜਿਹਨੂੰ ਕੀ ਬੋਲਦੇ ਨੇ? ਪਿਤਾ ਪੁਰਖੀ ਕਿੱਤਾ। ਪ੍ਰਸ਼ਨ ਪੰਜਵਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਗਲਤ ਹੈ? ਪੌਦੇ ਮੀਂਹ ਪਵਾਉਣ ਵਿੱਚ ਸਹਾਈ ਹੁੰਦੇ ਨੇ, ਬਿਲਕੁਲ ਸਹੀ ਹੈ। ਪੌਦੇ ਵਾਤਾਵਰਨ ਨੂੰ ਸਾਫ਼ ਕਰਦੇ ਹਨ, ਬਿਲਕੁਲ ਸਹੀ ਹੈ। ਹਾਂਜੀ, ਭੋਜਨ ਲਈ ਮਨੁੱਖ ਪੌਦਿਆਂ 'ਤੇ ਨਿਰਭਰ ਕਰਦਾ ਹੈ, ਬਿਲਕੁਲ ਸਹੀ ਹੈ। ਕਿਉਂਕਿ ਅਸੀਂ ਸਾਰਾ ਜਿਹੜਾ ਖਾਂਦੇ ਹਾਂ, ਫਲ ਸਬਜ਼ੀਆਂ, ਅਨਾਜ, ਸਾਰਾ ਅਸੀਂ ਰੁੱਖਾਂ ਪੌਦਿਆਂ ਤੋਂ ਹੀ ਲੈਂਦੇ ਹਾਂ। ਚੌਥਾ ਪਾਠ, ਪੌਦੇ ਬਹੁਤ ਜ਼ਿਆਦਾ ਪਾਣੀ ਖਰਾਬ ਕਰਦੇ ਨੇ, ਇਹ ਬਿਲਕੁਲ ਗਲਤ ਹੈ ਬੱਚਿਓ। ਪੌਦੇ ਬਿਲਕੁਲ ਪਾਣੀ ਖਰਾਬ ਨਹੀਂ ਕਰਦੇ ਨੇ, ਅਸੀਂ ਲੋਕ ਆ ਜਿਹੜੇ ਕਿ ਪਾਣੀ ਨੂੰ ਖਰਾਬ ਕਰਦੇ ਹਾਂ, ਵੇਸਟ ਕਰਦੇ ਹਾਂ। ਕੀ ਹੈ? ਪੌਦੇ ਕੁਛ ਵੀ ਸਾਡੇ ਲਈ ਨੁਕਸਾਨਦਾਇਕ ਨਹੀਂ, ਸਾਡੇ ਲਈ ਬਹੁਤ ਫਾਇਦੇਮੰਦ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੀ ਵੀਡੀਓ ਬੜੇ ਧਿਆਨ ਨਾਲ ਦੇਖੋਗੇ ਅਤੇ ਇਸ ਤੋਂ ਬਾਅਦ ਆਉਣ ਵਾਲੀਆਂ ਵਰਕਸ਼ੀਟਾਂ ਨੂੰ ਬੜੇ ਧਿਆਨ ਨਾਲ ਕਰੋਗੇ। ਚਲੋ ਮਿਲਦੇ ਹਾਂ ਫਿਰ ਕੱਲ੍ਹ। ਓਕੇ ਬਾਏ, ਹੈਵ ਅ ਨਾਈਸ ਡੇ।